तक मैं गवर्नमेंट हाई स्कूल दरमान का सरकारी मुलाजिम हाँ जी मैं एक वच्छी शौक ना किसी बंदे को ਲਈ ਸੀ जी जी ਉਹਨੂੰ ਮੈਂ ਸ਼ੌਕ ਨਾਲ ਪਾਲਿਆ ਤੇ ਦੁੱਧ ਦਿੰਦੀ ਸੀ ਬੇਹਿਸਾਬ ਕਮ ਸੇ ਕਮ 28-30 ਲੀਟਰ माशाल्लाह ਉਹਨੂੰ ਫਿਰ ਦੁੱਧ ਨੂੰ ਅਸੀਂ ਇੰਨੇ ਨੂੰ ਯੂਜ਼ ਨਹੀਂ ਹਾਂ ਕਰ ਸਕਦੇ ਉਹਨੂੰ ਸੇਲ ਕਰਨਾ ਸ਼ੁਰੂ ਕਰ ਦਿੱਤਾ जी जी ਉਹਦੇ ਤੋਂ ਆਹਿਸਤਾ ਮੈਂ ਜਾਨਵਰਾਂ ਵਾਲੇ ਪਾਸੇ ਆ ਗਿਆ। अस्सलाम वालेकुम ਵਾਲੇकुम अस्सलाम। सर की नाम अपना ਮੇਰਾ ਨਾਮ ਉਸਮਾਨ सर अपना इलाका दस्सिओ ਚੁਆਲੀ ਇਲਾਕਾ ਮੇਰਾ ਦਰਮਾਨ ਨਾਲ ਹੀ ਉਹਦੇ ਪਿੰਡ ਛੋਟਾ ਜਿਹਾ ਪਿੰਡ ਹੈ ਚੁਆਲੀ। सर किन्नी देर तू मज्जां दा काम पे करदे हो ਮੈਂ 11 ਸਾਲ ਤੋਂ ਕੰਮ ਕਰ ਰਿਹਾ। माशाल्लाह 11 ਸਾਲਾਂ ਦਾ ਤਜਰਬਾ ਤੁਹਾਡਾ ਕੀ ਕਹਿੰਦਾ ਕਿਸ ਤਰ੍ਹਾਂ ਦਾ ਕੰਮ ਹੈ ਬਹੁਤ ਅੱਛਾ ਕੰਮ ਹੈ ਮੱਝਾਂ ਵਾਲਾ ਕੰਮ ਬਹੁਤ ਅੱਛਾ ਕੰਮ ਹੈ ਗਾਈਆਂ ਮਈਆਂ ਵਾਲਾ ਜੇ ਤੇ ਮਿਕਸ ਕਰਨਾ ਚਾਹੋ ਉਹ ਵੀ ਬਹੁਤ ਅੱਛਾ ਵੈਸੇ ਮੱਝਾਂ ਦਾ ਬੈਸਟ ਇਸ ਲਈ ਹੈ ਕਿ ਗਾਈਆਂ ਜ਼ਿਆਦਾ ਤੋਂ ਜ਼ਿਆਦਾ ਸਾਡੇ ਵਿਲਾਇਤੀ ਗਾਈਆਂ ਨੇ ਜਿਹੜੀਆਂ 4-5 ਸੂਏ ਕੱਢਦੀਆਂ ਨੇ ਜ਼ਿਆਦਾ ਤੋਂ ਜ਼ਿਆਦਾ। ਜੀ ਜੀ ਮੱਝਾਂ ਦਾ ਹੈ 10-12-14 ਸੂਏ ਕੋਈ ਪਰਵਾਹ ਨਹੀਂ। ਜੀ ਜੀ ਨਾਲੇ ਸਾਡਾ ਜਿਹੜਾ ਇਲਾਕਾ ਹੈ ਉਹਦੇ ਨਾਲ ਮੈਚ ਕਰਦੀਆਂ ਨੇ ਇਸ ਆਬੋ ਹਵਾ ਨਾਲ ਸਿਰਫ ਮੱਝਾਂ ਹੀ ਮੈਚ ਕਰਦੀਆਂ। ਠੀਕ ਹੋ ਗਿਆ। ਅੱਛਾ ਸਰ 11 ਸਾਲਾਂ ਦਾ ਮਾਸ਼ਾਅੱਲਾ ਤੁਹਾਡਾ ਤਜਰਬਾ ਹੈ 11 ਸਾਲਾਂ 'ਚ ਤੁਸੀਂ ਕੀ ਕਮਾਇਆ ਤੇ ਕੀ ਖੋਇਆ? ਬਹੁਤ ਕੁਝ ਕਮਾਇਆ। ਜਦੋਂ ਮੈਂ ਗਾਈਆਂ ਦਾ ਕੰਮ ਸਟਾਰਟ ਤੋਂ ਸ਼ੁਰੂ ਕੀਤਾ ਉਦੋਂ ਮੇਰੇ 4 ਜਾਨਵਰ ਨੁਕਸਾਨ ਹੋਏ ਉਹਦੇ ਤੋਂ ਬਾਅਦ ਫਿਰ ਮੈਂ ਮੱਝਾਂ ਦਾ ਕੰਮ ਸ਼ੁਰੂ ਕਰ ਲਿਆ। ਠੀਕ ਹੈ ਸਰ ਇਸ ਟਾਈਮ ਤੁਹਾਡੇ ਡੇਰੇ ਤੇ ਕਿੰਨੇ ਜਾਨਵਰ ਨੇ? ਮੇਰੇ ਡੇਰੇ ਉੱਤੇ ਅਮੂਮਨ 4-5 ਕੁਝ ਜਾਨਵਰ ਐਸੀ ਲੱਗਦਾ ਉਹਨੂੰ ਮੈਂ ਸੇਲ ਵੀ ਕਰ ਦੇਣਾ ਫਿਰ ਬਾਅਦ ਵਿੱਚ 2-4 ਰੋਜ਼ ਦੇ ਵਿੱਚ ਮੈਂ ਦੇਖ ਕੇ ਪਰਚੇਜ਼ ਵੀ ਕਰ ਲੈਣਾ। ਸਰ ਮੱਝਾਂ ਨੂੰ ਤੁਸੀਂ ਕਿੰਨਾ ਕੁ ਜਾਣਦੇ ਹੋ? ਹੌਲੀ ਹੌਲੀ ਉਹਦੇ ਵਿੱਚ ਡੁੱਬਦਾ ਜਾਂਦਾ ਉਹਨੂੰ ਬੰਦਾ ਜਾਣਦਾ ਜਾਂਦਾ। ਜੀ ਜੀ ਮਾਸ਼ਾਅੱਲਾ 11 ਸਾਲਾਂ ਦਾ ਤਜਰਬਾ ਹੈ ਤੁਹਾਡਾ ਤੇ ਇੱਕ ਮੱਝ ਨੂੰ ਜਿੰਨਾ ਜਾਣਨਾ ਚਾਹੀਦਾ ਉਹਨਾਂ ਜਾਣਦੇ ਹੀ ਹੈ ਕਿਸੇ ਕਿਤੇ ਕੁਝ ਕਮੀਆਂ ਰਹਿੰਦੀਆਂ ਨੇ? ਕਮੀਆਂ ਹਰ ਇਨਸਾਨ ਕੋਲ ਰਹਿ ਜਾਂਦੀਆਂ ਨੇ। ਜੀ 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 ਤੇ ਕਿੰਨਾ ਕੁ ਜਾਣਗੇ ਤੁਸੀਂ ਮੱਝਾਂ ਨੂੰ? ਮਸਲਨ ਤੁਹਾਡੇ ਕਹਿਣ ਦਾ ਕੀ ਮਕਸਦ ਹੈ? ਮਤਲਬ ਮੱਝ ਬਿਮਾਰ ਹੋਏ ਤੁਸੀਂ ਪਹਿਚਾਨ ਸਕਦੇ ਹੋ? ਹਾਂ ਇਨਸ਼ਾਅੱਲਾ ਫੌਰਨ। ਸਰ ਇਹੀ ਆਪਣੀਆਂ ਖੂਬੀਆਂ ਸਾਨੂੰ ਦੱਸ ਦਿਓ ਕਿ ਮੱਝ ਨੂੰ ਕਿਸ ਤਰ੍ਹਾਂ ਸੈਕਿੰਡ ਤੋਂ ਪਹਿਲੇ ਜਾਨਵਰ ਜਿਸ ਬੰਦੇ ਨੇ ਰੱਖਿਆ ਦਾ ਉਹ ਜਦੋਂ ਬਾਹਰੋਂ ਆਏਗਾ ਜਾਨਵਰ ਉਹਦੇ ਵੱਲ ਦੇਖਦਾ ਹੋਏਗਾ ਜਾਂ ਬੰਦਾ ਉਹਦੀ ਧਾਰ ਕੱਢਣ ਪਵੇਗਾ ਜਾਂ ਬੰਦਾ ਉਦੋਂ ਜਦੋਂ ਉਹਦਾ ਦੁੱਧ ਹੋਣਾ ਸ਼ੁਰੂ ਕਰਦਾ ਬੰਦਾ 5 ਮਿੰਟ 'ਚ ਜਾਣ ਜਾਂਦਾ ਕਿ ਮੇਰਾ ਜਾਨਵਰ ਆਇਆ ਕਿ ਬਿਮਾਰ ਹੈ ਜਾਂ ਤੰਦਰੁਸਤ ਹੈ। ਫੌਰਨ ਉਹਨੂੰ ਨਹਿਲਾਉਂਦਿਆਂ ਉੱਠਦਿਆਂ ਬਹਿੰਦਿਆਂ ਜਾਨਵਰ ਨੂੰ ਫੌਰਨ ਬੰਦਾ ਪਹਿਚਾਣ ਜਾਂਦਾ ਮੇਰਾ ਜਾਨਵਰ ਕਿਸ ਹਾਲਤ 'ਚ। ਮੋਟੇ ਮਰਜ਼ ਜਿਹੜੇ ਉਹਨਾਂ ਦੇ ਮਤਲਬ ਦੱਸ ਛੜਿਓ। ਮੋਟੇ ਮਰਜ਼ ਇਹੀ ਨੇ ਕਿ ਤੁਸੀਂ ਜਾਨਵਰ ਨੂੰ ਅੱਛਾ ਤੇ ਸਾਫ਼ ਸੁਥਰਾ ਫੀਡ ਕਰਵਾਓ ਜੀ ਖੁਰਲੀਆਂ ਤੁਹਾਡੀਆਂ ਸਾਫ਼ ਹੋਣ ਤੁਹਾਡਾ ਪਤਾ ਨਹੀਂ ਹੋਰ ਬੰਦਿਆਂ ਦਾ ਕੀ ਤਰੀਕਾਕਾਰ ਹੈ। ਜੀ ਜੀ ਮੈਂ ਖਲ ਵੰਡਾ ਤੇ ਰੋਟੀ ਤਿੰਨੋਂ ਚੀਜ਼ਾਂ ਮਿਕਸ ਕਰਕੇ ਪਾਉਣਾ ਜੀ ਜੀ ਬਰਾਬਰ ਮਿਕਦਾਰ 'ਚ। ਕੋਈ ਜਾਨਵਰ ਕਿਸੇ ਜਾਨਵਰ ਦੇ ਥਾਨੂੰ ਪ੍ਰੋਬਲਮ ਨਹੀਂ ਹੁੰਦੀ ਕਿਸੇ ਜਾਨਵਰ ਨੂੰ। ਹਾਂ ਸਾਰਿਆਂ ਜਾਨਵਰਾਂ ਨੂੰ ਮੈਂ ਪਹਿਲੇ ਆਂਦਿਆਂ ਡਿਵਰਮ ਕਰਨਾ ਜੀ ਡੀਵਰਮ ਕਰਕੇ ਉਹਦੇ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਫੀਡ ਕਰਵਾਉਣਾ ਜੋ ਵੀ ਫੀਡ ਕਰਵਾਉਣਾ ਉਹਦੇ ਤੋਂ ਬਾਅਦ ਜਿਹੜਾ ਨਾ ਪੱਠਾ ਦਿੱਤਾ ਇੱਕ ਟਾਈਮ ਸੁੱਕਾ ਪੱਠਾ ਤੇ ਵੰਡਾ ਇੱਕ ਟਾਈਮ ਹਰਾ। ਠੀਕ ਹੈ। ਤੇ ਮਾਸ਼ਾਅੱਲਾ ਦੁੱਧ ਅੱਛਾ ਖਾਸਾ ਦਿੰਦੀਆਂ ਨੇ। ਸਰ ਤੁਹਾਡੇ ਡੇਰੇ ਤੇ ਮਾਸ਼ਾਅੱਲਾ ਇੱਕ ਜਾਨਵਰ ਨੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦਿੱਤਾ? ਗਾਈਆਂ 30 kg ਤੱਕ ਗਈਆਂ ਨੇ ਜੀ ਮਾਸ਼ਾਅੱਲਾ ਤੇ ਮੱਝਾਂ ਮਾਸ਼ਾਅੱਲਾ 20 ਤੱਕ ਗਈਆਂ। 20 ਤੱਕ ਗਈਆਂ। ਸਰ ਜਿਹੜੀ ਮੱਝ 20 ਕਿਲੋ ਦੁੱਧ ਦਿੰਦੀ ਹੈ ਉਹਨੂੰ ਵੰਡਾ ਕਿੰਨਾ ਪਾ ਰਹੇ ਹੋ? ਮੈਂ ਤੇ ਇਸ ਵੇਲੇ 6 ਕਿਲੋ ਵੰਡਾ ਦੇ ਰਿਹਾ 2 ਕਿਲੋ ਰੋਟੀ 2 ਕਿਲੋ ਵੰਡਾ 2 ਕਿਲੋ ਖਲ 6 ਕਿਲੋ ਵੰਡਾ। ਹਾਂ। ਸਰ ਵੰਡੇ ਦੇ ਬਾਰੇ 'ਚ ਅਸੀਂ ਸੁਣਿਆ ਵੰਡੇ ਨਾਲ ਕੋਈ ਫਰਕ ਪੈਂਦਾ ਮੱਝ ਦੇ ਦੁੱਧ 'ਚ ਜਾਂ ਨਹੀਂ ਪੈਂਦਾ? ਵੰਡੇ ਨਾਲ ਇੰਨਾ ਹੀ ਫਰਕ ਪੈਂਦਾ ਹੈ ਕਿ ਜਿਹੜਾ ਤੁਹਾਡਾ ਜਾਨਵਰ ਹੈ ਤੁਸੀਂ ਉਹਨੂੰ ਰੋਟੀ ਜਾਂ ਖਲ ਦੇ ਰਹੇ ਹੋ ਉਹ ਲੌਂਗ ਟਾਈਮ ਦੁੱਧ ਦੇਗਾ। ਜੀ ਜਿਸ ਜਾਨਵਰ ਨੂੰ ਵੰਡਾ ਤੁਸੀਂ ਖਿਲਾ ਰਹੇ ਹੋ ਬਹੁਤ ਜ਼ਿਆਦਾ ਫੀਡ ਕਰਵਾ ਰਹੇ ਹੋ ਉਹ ਦੁੱਧ ਜਿਹੜਾ ਸਾਲ ਦੇ ਅੰਦਰ ਦੇਣਾ ਨਾ ਉਹ 5 ਮਾਹ 'ਚ ਦੇ ਕੇ ਤੇ ਅੱਗੋਂ ਦੁੱਧ ਆਫ ਕਰਨਾ ਸ਼ੁਰੂ ਕਰ ਦੇਗਾ। ਠੀਕ ਹੈ। ਅੱਛਾ ਵੰਡੇ ਦੀ ਕੋਈ ਹੱਦ ਵੀ ਹੁੰਦੀ ਹੈ ਜਾਂ ਜਿੰਨਾ ਮਰਜ਼ੀ ਪਾਈ ਜਾਓ? ਜਿੰਨਾ ਪਾਈ ਜਾਓਗੇ ਜਾਨਵਰ ਦਾ ਓਡਾ ਬੇੜਾ ਗਰਕ ਹੋ ਜਾਏਗਾ। ਠੀਕ ਹੈ ਯਾਨੀ ਕਿ ਵੰਡਾ ਨੁਕਸਾਨਦਾ ਹੈ? ਹਾਂ ਜਾਨਵਰ ਲਈ ਬਹੁਤ ਜ਼ਿਆਦਾ ਵੰਡਾ ਤੁਸੀਂ ਦੇਖੋ ਨਾ ਜਾਨਵਰ ਦੀ ਜਿੰਨੀ ਕਪੈਸਿਟੀ ਹੈ ਤੁਸੀਂ ਉਹਨੂੰ ਖੁਰਾਕ ਦੇਵੋਗੇ ਉਹਦੇ ਮੁਤਾਬਕ ਦੁੱਧ ਦੇਗਾ। ਜੀ ਜੀ ਉਹਦੇ ਵਿੱਚ ਥਿਕਨੈਸ ਹੋਏਗੀ ਘਿਓ ਹੋਏਗਾ। ਜਦੋਂ ਤੁਸੀਂ ਬਹੁਤ ਜ਼ਿਆਦਾ ਵੰਡਾ ਜਿਹੜਾ ਨਾ ਉਹਨੂੰ ਫੀਡ ਕਰਵਾਉਣਾ ਸ਼ੁਰੂ ਕਰ ਦੋਗੇ ਦੁੱਧ ਵਧਾ ਦੇਗਾ ਦੁੱਧ ਪਤਲਾ ਹੋ ਜਾਏਗਾ ਕਰੀਮ ਉਹੀ ਰਹਿਣੀ ਹੈ। ਜੀ ਦੁੱਧ ਪਤਲਾ ਹੋ ਜਾਏਗਾ ਜਾਨਵਰ ਦੁੱਧ ਵਿੱਚ ਪਾਣੀ ਪਾਣਾ ਸ਼ੁਰੂ ਜ਼ਿਆਦਾ ਕਰ ਦੇਗਾ ਦੁੱਧ ਬਹੁਤ ਜ਼ਿਆਦਾ ਹੋ ਜਾਏਗਾ ਦੁੱਧ ਦਾ ਜ਼ਾਇਕਾ ਨਹੀਂ ਰਹੇਗਾ ਕੁਦਰਤੀ ਜ਼ਾਇਕਾ ਦੁੱਧ ਦਾ ਮਾਰਿਆ ਜਾਏਗਾ। ਸਰ ਅਸੀਂ ਇਹ ਵੀ ਸੁਣਿਆ ਕਿ ਵੰਡੇ ਨਾਲ ਦੁੱਧ ਦੇ ਵਿੱਚੋਂ ਕਹਿ ਲਓ ਕਿ ਸਮੈਲ ਆਉਂਦੀ ਹੈ। ਉਹ ਜਿਨ੍ਹਾਂ ਵੰਡਿਆਂ ਦੇ ਵਿੱਚ ਯੂਰੀਆ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਉਹਨਾਂ 'ਚੋਂ ਸਮੈਲ ਆਉਂਦੀ ਹੈ। ਜਿਹੜਾ ਵੰਡਾ 40 kg ਵੰਡਾ ਤਿਆਰ ਕਰਦੇ ਨੇ ਉਹਦੇ ਵਿੱਚ 3 ਕਿਲੋ ਯੂਰੀਆ ਪਾਉਂਦੇ ਨੇ ਲਾਜ਼ਮੀ ਪਾਉਂਦੇ ਨੇ ਨਾ ਪਾਉਣ ਤੇ ਜਾਨਵਰ ਓਡਾ ਨਾ ਹੀਟ ਫੜਦਾ ਨਾ ਉਹਨਾਂ ਦੁੱਧ ਪੈਦਾ ਕਰਦਾ। ਠੀਕ ਹੈ।
ਸਰ ਅਸੀਂ ਅਕਸਰ ਲੋਕਾਂ ਕੋ ਸੁਣਿਆ ਹੈ ਕਿ ਖਾਦ ਯੂਰੀਆ ਖਾਦ ਦਾ ਤੁਸੀਂ ਨਾਲ ਯੂਰੀਆ ਖਾਦ ਵੀ ਇਸਤੇਮਾਲ ਕੀਤੀ ਹਾਂ ਜਾਂਦੀ ਹੈ। ਯੂਰੀਆ ਖਾਦ ਉਹੀ ਖਾਦ ਜੀ ਉਹੀ ਯੂਜ਼ ਕਰਦੇ ਨੇ। ਪਿਓਰ ਖਾਦ ਇਸਤੇਮਾਲ ਕਰਨੇ ਲੋਕਾਂ ਨੂੰ ਦੇਖਿਆ। ਯੂਰੀਆ ਵਾਈਟ ਜਿਹੜੀਆਂ ਨੇ, ਹਾਂ ਬਿਲਕੁਲ, ਜਿਹੜੇ ਵਪਾਰੀ ਲੋਕ ਨੇ ਨਾ, ਜੀ ਉਹ ਜਦੋਂ ਕੋਈ ਵੀ ਜਾਨਵਰ ਲਿਆਉਂਦੇ ਨੇ ਤੇ ਜਾਨਵਰ ਤਗੜਾ ਹੋਏ, ਉਸ ਜਾਨਵਰ ਨੂੰ ਉਹਨਾਂ ਨੇ ਖਾਦ ਹੈ ਨਾ ਜਿਹੜੀ, ਜੀ। ਉਹਦੇ ਇੱਕ ਮੁੱਠ ਖਾਦ ਲੈ ਕੇ ਉਹਨੂੰ ਘੋਲ ਕੇ ਚੰਗੀ ਤਰ੍ਹਾਂ ਉਹਦੇ ਵੰਡੇ ਦੇ ਵਿੱਚ ਜੋ ਵੀ ਉਹਨੂੰ ਫੀਡ ਕਰਵਾਉਣਾ ਉਹਦੇ ਚ ਪਾਉਣਾ ਹੈ। ਸੁਬਾਹ ਜਾਨਵਰ ਦੁੱਧ ਵੱਧ ਗਿਆ ਤਾਂ ਜੀ। ਸਰ ਇਹਨੂੰ ਕਿਸ ਤਰ੍ਹਾਂ ਦਾ ਕੰਮ ਸਮਝਦੇ ਹੋ? ਇਹਦੇ ਨਾਲ ਜਾਨਵਰ ਦਾ ਨੁਕਸਾਨ ਹੋ ਸਕਦਾ ਹੈ? ਹਾਂ ਜਾਨਵਰ, ਮੇਰੇ 4 ਜਾਨਵਰ ਨੁਕਸਾਨ ਹੋਏ ਨੇ। ਮੇਰੇ ਨਾਲ ਹੀ ਵਾਕਿਆ ਪੇਸ਼ ਆਇਆ, ਮੈਂ ਤੁਹਾਨੂੰ ਦੱਸਣਾ ਪਿਆ। ਠੀਕ ਹੈ, ਯਾਨੀ ਵੰਡੇ ਨਾਲ ਮੇਰੇ 4 ਜਾਨਵਰ ਨੁਕਸਾਨ ਹੋਏ ਨੇ। ਵੰਡਾ ਤੁਸੀਂ ਇਸਤੇਮਾਲ ਕਰਕੇ ਦੇਖਿਆ, ਤੁਹਾਨੂੰ ਨੁਕਸਾਨ ਹੋਇਆ ਇਹਦਾ? ਹਾਂ ਬਹੁਤ। ਅੱਛਾ ਸਰ, ਅਸੀਂ ਮਾਸ਼ਾਅੱਲਾ ਤੁਹਾਡਾ ਤਜਰਬਾ ਕਾਫੀ ਹੈ, ਤੁਹਾਡੀਆਂ ਗੱਲਾਂ ਤੋਂ ਜ਼ਾਹਰ ਹੋ ਰਿਹਾ। ਸਾਨੂੰ ਥੋੜੀਆਂ ਜਿਹੀਆਂ ਬਿਮਾਰੀਆਂ ਦੱਸ ਛੱਡੋ ਮੱਝਾਂ ਦੀਆਂ ਤੇ ਗਾਵਾਂ ਦੀਆਂ। ਜਿਸ ਤਰ੍ਹਾਂ ਗਲ ਘੋਟੂ ਹੋ ਗਿਆ। ਸਭ ਤੋਂ ਵੱਡੀ ਬਿਮਾਰੀ ਹੈ ਸਾਡੇ ਲੋਕਾਂ 'ਚ, ਜਿਨ੍ਹਾਂ ਲੋਕਾਂ ਨੇ ਵਲੈਤੀ ਗਾਈਆਂ ਰੱਖੀ ਦੀਆਂ ਨੇ, ਉਹ ਜਾਨਵਰਾਂ ਨੂੰ ਛੱਡਦੇ ਨਹੀਂ ਟਾਈਮ ਨਾਲ। ਜੀ। ਵਲੈਤੀ ਗਾਈ ਦੇ ਮਰਨ ਦੀ ਪਹਿਲੀ ਵਜ੍ਹਾ ਇਹ ਹੈ ਕਿ 7 ਮਾਹ ਤੋਂ ਅੱਗੇ ਜਦੋਂ ਉਹਨੂੰ ਚੋਣਾ ਸ਼ੁਰੂ ਕਰ ਦੋਗੇ, ਉਹਦਾ ਬੇੜਾ ਗਰਕ ਹੋ ਜਾਏਗਾ। ਉਹ ਗਾਂ ਬਚੇਗੀ ਨਹੀਂ, 2 ਸਾਲ ਦੁੱਧ ਦੇਗੀ। ਜੀ। ਅਗੂ ਤੀਜੇ ਸੁਗੇ ਉਹ ਗਾਂ ਜਾਂ ਬਹਿਕ ਜਾਏਗੀ, ਜਾਂ ਲੱਤਾਂ ਦਾ ਫਾਲਜ ਹੋ ਜਾਏਗਾ, ਜਾਂ ਉਹਨੂੰ ਜਿਹੜਾ ਨਾ ਨਾਲਾ ਡਿੱਗ ਕਹਿੰਦੇ ਨੇ, ਕੋੜ ਪੈ ਜਾਏਗਾ। ਕੋਈ ਨਾ ਕੋਈ ਵਜ੍ਹਾ ਬਣ ਜਾਏਗੀ, ਗਾਈ ਉਹ ਗਾਈ ਨਹੀਂ ਰਹੇਗੀ ਜੋ ਪਹਿਲੇ ਸੀ। ਠੀਕ ਹੈ, ਇਹ ਲੋਕਾਂ ਦੀ ਕਮੀ ਹੈ। ਇਹ ਲੋਕਾਂ ਦੀ ਆਪਣੀ ਕਮੀ ਹੈ। ਠੀਕ ਹੈ। ਜਾਨਵਰ ਨੂੰ 2 ਮਾਹ 60 ਦਿਨ ਜਾਨਵਰ ਨੂੰ ਲਾਜ਼ਮਨ ਚਾਹੀਦੇ ਨੇ। ਕਿਹੜਾ ਬੰਦਾ ਕਹਿੰਦਾ ਕਿ ਵਲੈਤੀ ਗਾਈ ਇੱਧਰ 7 ਸੂਏ ਨਹੀਂ ਕੱਢਦੀ ਜਾਂ 8 ਸੂਏ ਨਹੀਂ ਕੱਢਦੀ? ਕੱਢਦੀਆਂ ਨੇ। ਅਸੀਂ ਲੋਕ ਉਹਨਾਂ ਨਾਲ ਜ਼ਿਆਦਤੀ ਕਰਨੇ ਆ। ਅੱਛਾ ਸਰ, ਸੂਇਆਂ ਦਾ ਤੁਸੀਂ ਨਾਂ ਲਿਆ, ਇੱਕ ਗਾਂ ਜਾਂ ਇੱਕ ਮੱਝ ਕਿੰਨੇ ਕੁ ਸੂਏ ਮੈਕਸਿਮਮ ਸੂ ਸਕਦੀ ਹੈ? ਵਲੈਤੀ ਗਾਈ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਕਰਾਸ ਸਾਡੇ ਪਾਕਿਸਤਾਨੀ ਕਰਾਸ ਨੇ ਨਾ, ਇਹ ਜ਼ਿਆਦਾ ਤੋਂ ਜ਼ਿਆਦਾ 8 ਸੂਏ 9 ਸੂਏ 10 ਸੂਏ 10 ਤੋਂ ਉੱਤੇ ਨਹੀਂ ਜਾਂਦੀਆਂ। ਜੀ ਜੀ। ਜਿਹੜੀਆਂ ਦੇਸੀ ਨੇ ਉਹ ਤੇ 12 15 16 18 ਵੀ ਕਰ ਜਾਂਦੀਆਂ। ਦੇਸੀ? ਹਾਂਜੀ ਸਰ, ਦੇਸੀ ਅਸੀਂ ਅਕਸਰ ਲੋਕਾਂ ਨੂੰ ਸੁਣਿਆ, ਲੋਕ ਦੇਸੀ ਰੱਖਣਾ ਪਸੰਦ ਨਹੀਂ ਕਰਦੇ। ਉਹਦੀ ਵਜ੍ਹਾ? ਦੁੱਧ ਬਹੁਤ ਕਮ ਦਿੰਦੀਆਂ ਨੇ, ਨਾਲੇ ਚੁਆਈ 'ਚ ਬਹੁਤ ਤੰਗ ਕਰਦੀਆਂ ਨੇ। ਵਲੈਤਨਾ ਨੇ ਦਿਹਾੜੀ ਦਾ ਤੁਸੀਂ 4 ਦਫਾ ਚੋਵੋ, ਤੁਹਾਨੂੰ ਇਹਨੇ ਮਨਾ ਨਹੀਂ ਕਰਨਾ। ਠੀਕ ਹੈ। ਸਰ ਆਪਣਾ ਡੇਰਾ ਦੱਸਿਓ, ਕਿੰਨੀ ਜਗ੍ਹਾ ਤੇ ਜੇ? ਮੇਰਾ ਡੇਰਾ ਸਿਰਫ 6 ਜਾਂ 7 ਮਰਲੇ 'ਚ ਹੈ। ਥੱਲੇ ਮੈਂ ਥੱਲੇ ਮੈਂ ਛੋਟਾ ਜਿਹਾ ਸ਼ੈੱਡ ਬਣਾਇਆ ਦਾ, ਉੱਪਰ ਮੇਰੀ ਰਿਹਾਇਸ਼। ਯਾਨੀ ਕਿ ਡੇਰੇ ਦੇ ਉੱਤੇ ਹੀ ਘਰ ਬਣਾਇਆ? ਹਾਂਜੀ। ਠੀਕ ਹੈ। ਸਰ, ਇਸ ਕੰਮ ਦੇ ਵਿੱਚ ਤੁਸੀਂ ਵੜੇ ਕਿਸ ਤਰ੍ਹਾਂ? ਯਾਨੀ ਕਿ ਇਸ ਕਾਰੋਬਾਰ 'ਚ ਤੁਹਾਨੂੰ ਇੱਕ ਗਾਂ ਨੇ ਦੱਸਿਆ ਕਿ ਕਾਰੋਬਾਰ ਬਿਹਤਰ ਹੈ? ਤੁਸੀਂ ਕਿਸੇ ਬੰਦੇ ਕੋਲ ਪੁੱਛ ਕੇ ਤੱਕ ਲਓ, ਜਿਹੜੀ ਇਸ ਵੇਲੇ ਮੇਰੇ ਕੋਲ ਇੱਕ ਝੋਟੀ ਹੈ, ਉਹ 16 kg ਦੁੱਧ ਦੇ ਰਹੀ ਹੈ। ਜੀ ਜੀ। 16 kg ਦੀ ਰੇਸ਼ੋ ਕੱਢ ਲਓ, ਸਾਲਾਨਾ ਕਿੰਨੇ ਪੈਸੇ ਬਣਦੇ ਨੇ? ਜੀ ਜੀ। ਠੀਕ ਹੈ। ਠੀਕ ਹੈ। 5 5.5 ਲੱਖ ਰੁਪਇਆ ਇੱਕ ਜਾਨਵਰ ਬਣਾਉਂਦਾ ਹੈ 11-12 ਮਾਹ ਦੇ ਵਿੱਚ, ਇੱਕ ਸੂਏ ਦੇ ਅੰਦਰ। ਮਾਸ਼ਾਅੱਲਾ। ਯਾਨੀ ਕਿ ਤੁਹਾਡਾ ਤਜਰਬਾ ਹੈ ਕਿ ਇੰਨੇ ਪੈਸੇ ਬਣਾ ਹੜਦਾ? ਇਨਸ਼ਾਅੱਲਾ। ਠੀਕ ਹੈ। ਅੱਛਾ ਸਰ, ਸਾਨੂੰ ਇਹ ਦੱਸਿਓ ਕਿ 4 ਜਾਂ 5 ਤੁਸੀਂ ਜਾਨਵਰ ਆਪਣੇ ਡੇਰੇ ਤੇ ਦੱਸਦੇ ਪਏ ਹੋ ਜੀ, 4-5 ਜਾਨਵਰਾਂ ਦਾ ਇੱਕ ਮਹੀਨੇ ਦਾ ਖਰਚਾ ਕਿੰਨਾ ਕੁ ਆਉਂਦਾ? ਜ਼ਿਆਦਾ ਤੋਂ ਜ਼ਿਆਦਾ ਜਿਹੜਾ ਜਾਨਵਰ ਬਹੁਤ ਜ਼ਿਆਦਾ ਖਾਂਦਾ ਨਾ, 50 ਰੁਪਏ ਦਾ ਟੁਕੜਾ ਜੀ, 80 ਰੁਪਏ ਦਾ ਵੰਡਾ ਜੀ ਜੀ, 100 ਰੁਪਏ ਦੀ ਖਲ ਜੀ, 220 ਰੁਪਏ ਇੱਕ ਜਾਨਵਰ ਖਾਂਦਾ ਜਿਹੜਾ ਬਹੁਤ ਜ਼ਿਆਦਾ ਖਾਂਦਾ। ਜਿਹੜਾ 16 kg ਦੁੱਧ ਦਿੰਦਾ ਉਹ ਆਪਣਾ 2.5 ਕਿਲੋ ਖਾ ਜਾਂਦਾ ਬਸ, ਬਾਕੀ 14.5 ਕਿਲੋ ਬਚਾਉਂਦਾ। 14 kg ਜੀ ਪੱਕਾ ਬਚਾਉਂਦਾ ਇਨਸ਼ਾਅੱਲਾ। ਯਾਨੀ ਕਿ 1400 ਰੁਪਇਆ ਬਚ ਜਾਂਦਾ ਇੱਕ ਜਾਨਵਰ ਕੋ? ਬਿਲਕੁਲ। ਠੀਕ ਹੈ। ਅੱਛਾ ਸਰ, ਜਾਨਵਰਾਂ ਦੀ ਮਾਸ਼ਾਅੱਲਾ ਤੁਸੀਂ ਕਾਫੀ ਨਸਲਾਂ ਦੇ ਬਾਰੇ ਜਾਣਦੇ ਹੋ, ਸਾਨੂੰ ਥੋੜਾ ਜਿਹਾ ਕ੍ਰਾਸ ਦੇ ਬਾਰੇ ਦੱਸ ਛੜਿਓ ਕਿ ਕਿਹੜੀ ਨਸਲ ਜਿਹੜੀ ਹੈ ਸਾਡੇ ਇਲਾਕੇ 'ਚ ਸੂਟੇਬਲ ਹੈ? AFS ਜਿਹੜੀ ਨਸਲ ਹੈ ਨਾ, ਅਫਰੀਕਨ ਫਰੀਜ਼ਨ ਸਾਹੀਵਾਲ ਜੀ। ਕੋਈ ਵੀ ਤੁਸੀਂ ਫਰੀਜ਼ਨ ਲੈ ਲਓ, ਉਹਨੂੰ ਸਾਹੀਵਾਲ ਨਾਲ ਕ੍ਰਾਸ ਕਰਾਓ ਆਪਣੇ ਪਾਕਿਸਤਾਨੀ ਕ੍ਰਾਸ ਨਾਲ ਜੀ, ਜਿਹੜੀਆਂ ਸਾਡੀਆਂ ਪਾਕਿਸਤਾਨੀ ਨਸਲਾਂ ਨੇ ਜੀ ਜੀ, ਇਨਸ਼ਾਅੱਲਾ ਉਹਨਾਂ ਦੀ ਕਪੈਸਿਟੀ ਦੁੱਧ ਦੇਣ ਦੀ ਵੀ ਜ਼ਿਆਦਾ ਹੋ ਜਾਂਦੀ ਹੈ, ਉਹਦਾ ਦੁੱਧ ਵੀ ਗਾੜਾ ਹੋ ਜਾਏਗਾ, ਉਹਦੀ ਦੁੱਧ ਦੀ ਮਾਸ਼ਾਅੱਲਾ ਉਹਦੀ ਉਮਰ ਵੀ ਜ਼ਿਆਦਾ ਹੋ ਜਾਏਗੀ। ਠੀਕ ਹੈ। ਜਿਹੜੀ ਪਿਓਰ ਹੋਏਗੀ ਉਹ ਸਾਡੇ ਇਲਾਕੇ 'ਚ ਆ ਕੇ ਨਾ ਤੇ ਇਸ ਗਰਮੀ ਨੂੰ, ਇਸ ਹੀਟ ਨੂੰ ਬਰਦਾਸ਼ਤ ਨਹੀਂ ਕਰਦੀਆਂ। ਯਾਨੀ ਕਿ ਕ੍ਰਾਸ ਤੁਹਾਡੀ ਨਜ਼ਰ 'ਚ ਬਿਹਤਰੀਨ ਕੰਮ ਹੈ। ਕ੍ਰਾਸ ਬਹੁਤ ਹੀ ਅੱਛਾ ਕ੍ਰਾਸ ਜਿਹੜਾ ਨਾ ਅਫਰੀਕਨ ਫਰੀਜ਼ਨ ਸਾਹੀਵਾਲ ਜਾਂ ਕੈਨੇਡੀਅਨ ਫਰੀਜ਼ਨ ਹੈ ਜਿਹੜੀ, ਉਹ ਨਾਲ ਲਾ ਲਓ। ਕੋਈ ਵੀ ਤੁਸੀਂ ਸੈਕਸੀਮਨ ਕੋਈ ਵੀ ਰਖਾ ਕੇ ਰੱਖ ਲਓ, ਇਨਸ਼ਾਅੱਲਾ ਉਹ 10 ਹੋਏ ਉਹਨੂੰ ਕੁਛ ਨਹੀਂ ਹੁੰਦਾ। ਸਰ, ਸੀਮਨ ਦਾ ਤੁਸੀਂ ਜ਼ਿਕਰ ਕੀਤਾ, ਸੀਮਨ ਰਖਵਾਉਣਾ ਬਿਹਤਰ ਹੈ ਜਾਂ ਕਿ ਕਿਸੇ ਆਪਣੇ ਕੋ ਤਿਆਰ ਕਰਨਾ, ਬਰੀਡਰ ਤਿਆਰ ਕਰਨਾ? ਬਰੀਡਰ ਤਿਆਰ ਕਰਨਾ ਬਿਹਤਰ ਸਿਰਫ ਉਸ ਬੰਦੇ ਵਾਸਤੇ ਜਿਹਦੇ ਕੋਲ ਜਗ੍ਹਾ ਜ਼ਿਆਦਾ ਹੋਏ ਜੀ ਜੀ। ਕ੍ਰਾਸ ਦਾ ਹੀ ਅੱਗੋਂ ਜਿਹੜਾ ਨਾਲ ਬੁੱਲ ਰੱਖ ਲੇ ਜੀ, ਉਹਦੇ ਬੱਚੇ ਲੈਂਦੇ ਜਾਣ। ਸਾਡੇ ਵਾਸਤੇ ਡਾਕਟਰ ਬੈਸਟ ਨੇ। ਅੱਛਾ ਡਾਕਟਰ ਹੋਏ, ਅੱਛਾ ਸੀਮਨ ਰੱਖੇ,
ਇਨਸ਼ਾਅੱਲਾ ਤੁਹਾਡੇ ਮਨ ਮਰਜ਼ੀ ਦੇ ਮਸਲਨ ਕਰਕੇ ਬੱਚੇ ਆਣਗੇ, ਮਨ ਮਰਜ਼ੀ ਦੀਆਂ ਤੁਹਾਡੀਆਂ ਨਸਲਾਂ ਨੇ ਜਿਹੜੀਆਂ ਉਹ ਤਿਆਰ ਹੁੰਦੀਆਂ ਜਾਣ। ਸਰ ਮਨਮਰਜ਼ੀ ਤੋਂ ਮੁਰਾਦ ਅਗਰ ਤੁਸੀਂ ਸੀਮਨ ਰਖਵਾਤਾ ਹੈ, ਅਗਰ ਡਾਕਟਰ ਤੁਹਾਨੂੰ ਗਾਰੰਟੀ ਦੇ ਦਿੱਤਾ ਹੈ ਕਿ ਬਛੜੀ ਹੀ ਹੋਏਗੀ ਤੇ ਹਕੀਕਤ ਹੋ ਜਾਂਦੀ ਹੈ। ਹਾਂ ਬਿਲਕੁਲ। ਜਦੋਂ ਪੈਸੇ ਭਰਨੇ ਨਾ ਤੁਸੀਂ ਉਸ ਆਇਆ ਕਿ ਉਸ ਟੀਕੇ ਦੀ ਗਾਂ ਠਹਿਰ ਜਾਏ, ਪ੍ਰੈਗਨੈਂਟ ਹੋ ਜਾਏ, ਗੱਭਣ ਹੋ ਜਾਏ, ਸਮਝੋ ਤੁਸੀਂ ਡਾਕਟਰ ਕੋ ਵੱਛੀ ਮੁੱਲ ਲਈ ਹੈ। ਠੀਕ ਹੈ। ਅੱਛਾ ਡਾਕਟਰ ਤੁਸੀਂ ਲਿਆ, ਅੱਛੇ ਡਾਕਟਰ ਦੀ ਕੀ ਪਹਿਚਾਨ ਹੈ? ਸਾਨੂੰ ਲਾਸਟ ਕੁਐਸਚਨ ਹੈ। ਅੱਛੇ ਡਾਕਟਰ ਦੀ ਇਹ ਪਹਿਚਾਨ ਹੈ ਕਿ ਉਹ ਵਕਤ ਨਾਲ ਆਏ, ਝੂਠ ਨਾ ਬੋਲੇ, ਸਾਡੇ ਕੋਲੋਂ 10,000 ਰੁਪਇਆ ਲੈ ਕੇ ਤੇ 35 ਰੁਪਏ ਵਾਲਾ ਸੀਮਨ ਨਾ ਰੱਖੇ। ਅੱਛੇ ਡਾਕਟਰ ਦੀ ਇਹ ਪਹਿਚਾਨ। ਲਾਸਟ ਤੇ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ ਉਹਨਾਂ ਨੂੰ ਕੀ ਮਸ਼ਵਰਾ ਦੇਣਾ ਚਾਹੋਗੇ? ਫਾਰਮਿੰਗ ਕਰਨਾ ਕੈਸਾ ਕੰਮ ਹੈ? ਬਹੁਤ ਹੀ ਅੱਛਾ ਕੰਮ ਹੈ। ਪਹਿਲੇ ਵਕਤਾਂ 'ਚ ਲੋਕੀ ਇੱਕ ਸਾਲ ਦੇ ਵਿੱਚ 5 ਦਫਾ ਪੱਠੇ ਰਾਂਦੇ ਸਨ, ਅਸੀਂ ਸਾਲ 'ਚ 2 ਦਫਾ ਪੱਠੇ ਰਾਂਦੇ ਹਾਂ। ਸਦਾਬਹਾਰ ਸਟਾਲਾ 6 ਮਾਹ ਉਹ ਕੱਢ ਜਾਂਦਾ, ਸਦਾਬਹਾਰ ਚਰੀ 6 ਮਾਹ ਉਹ ਕੱਢ ਜਾਂਦੀ ਹੈ। ਬਹੁਤ ਅੱਛਾ ਕੰਮ ਹੈ ਫਾਰਮਿੰਗ ਦਾ ਕੰਮ, ਸਾਫ ਸੁਥਰਾ ਕੰਮ ਹੈ। ਜਿਹੜੇ ਲੋਕੀ ਕਹਿੰਦੇ ਨੇ ਡੰਗਰ ਨਾਲ ਡੰਗਰ ਹੋਣਾ ਪੈਂਦਾ, ਸਭ ਗਲਤ ਬਾਤਾਂ ਨੇ। ਇਹ ਲੋਕੀ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਨੇ ਜਿਨ੍ਹਾਂ ਲੋਕਾਂ ਦਾ ਕੰਮ ਕਰਨ ਤੇ ਦਿਲ ਨਹੀਂ ਕਰਦਾ। ਠੀਕ ਹੋ ਗਿਆ। ਠੀਕ ਹੈ ਸਰ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਅੱਲਾਹ ਹਾਫਿਜ਼।